ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ 14ਵਾਂ। ਉਸ ਤੋਂ ਅਗਲੇ ਦਿਨ ਦੁਪਹਿਰੇ ਜਦ ਸ਼ੰਭੂ ਕੈਂਪ ਵਿੱਚ ਪਹੁੰਚਿਆ ਤਾਂ ਨਵਲ ਕਿਸ਼ੋਰ ਘਰ ਨਹੀਂ ਸੀ। ਉਹ ਅੱਜ ਨਵਲ ਕਿਸ਼ੋਰ ਨਾਲ ਰਲ ਕੇ ਕੋਈ ਉਚੇਚੀ ਸਲਾਹ ਕਰਨੀ ਚਾਹੁੰਦਾ ਸੀ, ਪਰ ਕਾਫੀ ਚਿਰ ਦੀ ਉਡੀਕ ਤੋਂ ਬਾਅਦ ਬਿਨਾਂ ਮਿਲਿਆ ਹੀ ਮੁੜ ਗਿਆ। ਨਿਹਾਲੋ ਨਾਲ ਗੱਲਾਂ ਕਰਦਿਆਂ ਸ਼ੰਭੂ ਪਾਸੋਂ ਇੱਕ ਭੁੱਲ ਹੋ ਗਈ। ਕੱਲ ਸ਼ਾਮੀ ਪੁਲੀ ਤੇ ਬੈਠਿਆਂ ਜਿਹੜੀਆਂ ਗੱਲਾਂ ਦੋਹਾਂ ਵਿਚਾਲੇ ਹੋਈਆਂ ਸਨ, ਉਸਨੇ ਲਗਭਗ ਸਾਰੀਆਂ ਹੀ ਨਿਹਾਲੋ ਨੂੰ ਕਹਿ ਸੁਣਾਈਆਂ, ਸਗੋਂ ਮੁੰਡ ਪੁਣੇ ਦੀ ਜਲਦਬਾਜ਼ੀ ਕਾਰਨ ਕੁਝ ਵਧਾ ਚੜਾ ਕੇ ਵੀ, ਜਿਨ੍ਹਾਂ ਦਾ ਮਤਲਬ ਕੁਝ ਇਸ ਤਰ੍ਹਾਂ ਦਾ ਨਿਕਲ ਸਕਦਾ ਸੀ। ਚਾਚੀ ਕਿਸ਼ੋਰ ਤਾਂ ਬੜੇ ਭਾਰੇ ਖਤਰੇ ਵਿੱਚ ਫਸ ਗਿਆ ਹੈ। ਜੇ ਭੇਦ ਖੁੱਲ ਗਿਆ ਤਾਂ ਪੰਡਤ ਨੂੰ ਤਾਂ ਕਿਸੇ ਪੁੱਛਣਾ ਨਹੀਂ, ਪਰ ਕਿਸ਼ੋਰ ਨੂੰ ਜ਼ਰੂਰ 5-7 ਸਾਲਾਂ ਦੀ ਠੁੱਕ ਜਾਏਗੀ। ਸ਼ੰਭੂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਨਿਹਾਲੋ ਦਾ ਕੀ ਹਾਲ ਹੋਇਆ, ਇਸ ਦਾ ਅੰਦਾਜ਼ਾ ਲਾਣਾ ਮੁਸ਼ਕਿਲ ਹੈ। ਜਿਸ ਬਾਬਤ ਇੰਨਾ ਹੀ ਦੱਸਣਾ ਕਾਫੀ ਹੋਵੇਗਾ ਕਿ ਉਧਰ ਸ਼ੰਭੂ ਦੇ ਪਿੱਠ ਦੇਣ ਦੀ ਦੇਰ ਹੋਈ ਤੇ ਇੱਧਰ ਨਿਹਾਲੋ ਵਿਚਾਰੀ ਸੱਥਰ ਲੈ ਗਈ। ਉਸ ਨੂੰ ਗਸ਼ਾ ਪੈਣ ਲੱਗੀਆਂ। ਇਸ ਉੱਤੇ ਮੁਸੀਬਤ ਇਹ ਕਿ ਜਾਂਦਾ ਹੋਇਆ ਸ਼ੰਭੂ ਉਸ ਨੂੰ ਸਖਤ ਤਾਕੀਦ ਕਰ ਗਿਆ ਸੀ, ਇਸ ਗੱਲ ਦਾ ਭੁੱਲ ਕੇ ਵੀ ਕਿਸੇ ਪਾਸ ਜ਼ਿਕਰ ਨਾ ਕਰੇ। ਜੇ ਕੀਤਾ ਤਾਂ ਸਮਝ ਲਵੇ ਕਿ ਨਵਲ ਕਿਸ਼ੋਰ ਹੈ ਹੀ ਨਹੀਂ, ਨਾ ਹੀ ਹਾਲੇ ਨਵਲ ਕਿਸ਼ੋਰ ਨੂੰ ਕੁਝ ਕਹੇ ਸੁਣੇ। ਛੇਤੀ ਹੀ ਉਹ ਇਸ ਬਾਰੇ ਮੁਨਾਸਿਬ ਉਪਾਅ ਸੋਚੇਗਾ। ਨਿਹਾਲੋ ਦੇ ਪ੍ਰਸਤੁਤ ਸਮੇਂ ਵਿੱਚ ਸ਼ਾਇਦ ਹਜੇ ਕੁਝ ਦਿਨਾਂ ਦੀ ਦੇਰ ਸੀ, ਪਰ ਇਸ ਜ਼ਿਕਰ ਦੇ ਸੁਣਨੇ ਦੀ ਢਿੱਲ ਸੀ ਕਿ ਉਸ ਨੂੰ ਇੱਕਦਮ ਪੀੜਾਂ ਸ਼ੁਰੂ ਹੋ ਗਈਆਂ ਤੇ ਪੈਰੋਂ ਪੈਰ ਉਸ ਦੀ ਹਾਲਤ ਖਰਾਬ ਹੁੰਦੀ ਚਲੀ ਗਈ। ਉਸ ਦੇ ਹੱਥ ਪੈਰ ਮੁੜ ਗਏ ਤੇ ਰੰਗ ਪੀਲਾ ਪੈ ਗਿਆ। ਪਲੋ ਪਲੀ ਘਰ ਵਿੱਚ ਹਾਹਾਕਾਰ ਮਚ ਗਈ ਤੇ ਮੱਘਰ ਮਲ ਦੇ ਤੰਬੂ ਅੱਗੇ ਜਨਾਨੀਆਂ ਦੀ ਭੀੜ ਲੱਗ ਪਈ। ਵਿਚਾਰੇ ਮੱਘਰ ਮਲ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁੜੀਆਂ ਨੇ ਵੱਖਰਾ ਚੀਕ ਚਿਹਾੜਾ ਪਾ ਦਿੱਤਾ। ਕੇਵਲ ਕੁਮਾਰ ਹੀ ਇਸ ਟੱਬਰ ਵਿੱਚ ਇੱਕ ਐਸਾ ਜੀ ਸੀ ਜਿਸ ਨੂੰ ਛੁੱਟ ਆਪਣੇ ਸਾਥੀਆਂ ਨਾਲ ਮਿੱਟੀ ਘੱਟੇ ਵਿੱਚ ਖੇਡਣ ਤੋਂ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਨਵਲ ਕਿਸ਼ੋਰ ਵੱਲ ਆਦਮੀ ਭਜਵਾਇਆ ਗਿਆ। ਉਸਨੇ ਆ ਕੇ ਜਦ ਮਾਂ ਦਾ ਹਾਲ ਵੇਖਿਆ ਤਾਂ ਉਸਦੀ ਖਾਨਿਓ ਗਈ। ਦੋਵੇਂ ਕੁੜੀਆਂ ਰੋ ਰੋ ਕੇ ਫਾਵੀਆਂ ਹੋ ਰਹੀਆਂ ਸਨ। ਚੁੱਲ੍ਹੇ ਵਿੱਚ ਅੱਗ ਬਾਲ ਕੇ ਕਿਤੇ ਟਿਕੋਰ ਕਰਨ ਲਈ ਪਾਣੀ ਗਰਮ ਕਰਨ, ਕਿਤੇ ਹੋਰ ਜਿਵੇਂ ਕੋਈ ਵੱਡੀ ਵਡੇਰੀ ਦੱਸਦੀ ਕਾੜੇ ਆਦਿ ਬਣਾਉਣ ਵਿੱਚ ਲੱਗੀਆਂ ਹੋਈਆਂ ਸਨ। ਕੈਂਪ ਵਿੱਚ ਜਿਹੜੀਆਂ ਕੋਈ ਸਿਆਣੀਆਂ ਤੀਵੀਆਂ ਸਨ ਉਹਨਾਂ ਨੂੰ ਸੱਦਿਆ ਗਿਆ, ਪਰ ਨਿਹਾਲੋ ਦੀ ਹਾਲਤ ਵੇਖ ਕੇ ਸਭ ਨੇ ਕੰਨਾਂ ਤੇ ਹੱਥ ਧਰ ਲਏ। ਹਰ ਕਿਸੇ ਨੇ ਇਹੋ ਰਾਏ ਦਿੱਤੀ ਕਿ ਛੇਤੀ ਤੋਂ ਛੇਤੀ ਕਿਸੇ ਡਾਕਟਰ ਜਾਂ ਨਰਸ ਨੂੰ ਬੁਲਾਇਆ ਜਾਵੇ। ਉਹਨਾਂ ਵਿੱਚੋਂ ਬਹੁਤੀਆਂ ਦਾ ਖਿਆਲ ਸੀ ਕਿ ਬੱਚਾ ਪੇਟ ਵਿੱਚ ਜਾਂ ਤਾਂ ਮਰ ਚੁੱਕਾ ਹੈ ਜਾਂ ਮਰਨ ਵਾਲਾ ਹੈ। ਵਿਚਾਰੇ ਨਵਲ ਕਿਸ਼ੋਰ ਨੇ ਜ਼ਿੰਦਗੀ ਵਿੱਚ ਇਹੋ ਜਿਹਾ ਭੌਜਲ ਕਦੀ ਨਹੀਂ ਸੀ ਵੇਖਿਆ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕੀ ਕਰੇ ਤੇ ਕਿੱਧਰ ਜਾਵੇ। ਅਖੀਰ ਕੈਂਪ ਦੇ ਇੱਕ ਹੰਢੇ ਵਰਤੇ ਬਜ਼ੁਰਗ ਨੇ ਉਸ ਨੂੰ ਸਮਝਾਇਆ, ਬੀਬਾ ਖੜਾ ਕੀ ਮੂੰਹ ਤੱਕ ਰਿਹਾ ਏ, ਜਾਂ ਕਿਸੇ ਨੂੰ ਸੱਦ ਲਿਆ। ਨਵਲ ਕਿਸ਼ੋਰ ਡੱਕੋ ਲਿੱਕਾ ਹੋ ਕੇ ਕਹਿਣ ਲੱਗਾ, ਤਾਇਆ ਮੇਰਾ ਤੇ ਕੋਈ ਵਾਕਿਫ ਕੋਈ ਨਹੀਂ, ਕਿਸ ਨੂੰ ਸੱਦਾਂ? ਉਸਨੇ ਕਿਹਾ, ਡਾਕਟਰ ਆਨੰਦ ਨੂੰ ਜਾਣਨਾ ਏ, ਬੜਾ ਸਿਆਣਾ ਏ, ਨਾਲੇ ਉਸ ਨਾਲ ਇੱਕ ਛੋਟੀ ਡਾਕਟਰ ਵੀ ਹੈਗੀ, ਉਸੇ ਵੱਲ ਜਾ, ਜੇਲ੍ਹ ਵਾਲੀ ਸੜਕ ਤੇ ਹੀ ਉਸਦੀ ਕੋਠੀ। ਨਵਲ ਕਿਸ਼ੋਰ ਨੂੰ ਕੁਝ ਆਸ ਬਚਦੀ, ਕੁਝ ਹੋਰ ਵੀ ਉਸਦਾ ਦਿਲ ਥੱਲੇ ਥੱਲੇ ਜਾਣ ਲੱਗਾ। ਕੋਠੀ ਵਿੱਚ ਰਹਿਣ ਵਾਲੇ ਡਾਕਟਰ ਦੀ ਫੀਸ ਵੀ ਤਾਂ ਉਹ ਜਾਣਦਾ ਸੀ ਥੋੜੀ ਨਹੀਂ ਹੋਣੀ। ਉਸਨੇ ਜਦ ਆਪਣੇ ਅੰਦਰ ਝਾਤੀ ਮਾਰੀ ਤਾਂ ਇਸ ਵੇਲੇ ਉਹੀ ਥੋੜੀ ਜਿੰਨੀ ਰਕਮ ਬਾਕੀ ਸੀ ਜਿਹੜੀ ਉਹਨਾਂ 600 ਵਿੱਚੋਂ ਬਚੀ ਸੀ। ਬਾਕੀ ਸਾਰੀ ਉਸਨੇ ਖਰਚ ਖਾ ਛੱਡੀ ਸੀ। ਉਸ ਤੋਂ ਵੱਧ ਘਰ ਵਿੱਚ ਕੁਝ ਨਹੀਂ ਸੀ। ਉਸਨੇ ਉਸੇ ਬਜ਼ੁਰਗ ਨੂੰ ਪੁੱਛਿਆ, ਤਾਇਆ ਕਿੰਨੀ ਕੁ ਫੀਸ ਹੈ ਉਸਦੀ? ਤਾਏ ਨੇ ਖੂਬ ਵਧਾ ਚੜਾ ਕੇ ਦੱਸਿਆ, ਫੀਸ ਸੁਣਿਆ ਏ ਉਹ ਗਰੀਬਾਂ ਕੋਲੋਂ ਨਹੀਂ ਲੈਂਦਾ ਹੁੰਦਾ, ਛੋਟਾ ਮੋਟਾ ਆਦਮੀ ਤੇ ਨਹੀਂ, ਲੱਖਾਂ ਤੇ ਕਲਮ ਚਲਦੀ ਸੂ। ਕਹਿੰਦੇ ਨੇ ਜਦੋਂ ਵੱਡਾ ਲਾਟ ਅੰਬਾਲੇ ਆਇਆ ਸੀ ਤਾਂ ਉਸਨੇ ਨੋਟਾਂ ਦੀ ਅੱਗ ਬਾਲ ਕੇ ਉਸ ਲਈ ਚਾਹ ਬਣਾਈ ਸੀ। ਨਵਲ ਕਿਸ਼ੋਰ ਸੋਚਣ ਲੱਗਾ, ਐਡਾ ਵੱਡਾ ਆਦਮੀ ਜਿਹੜਾ ਨੋਟਾਂ ਦੀ ਅੱਗ ਬਾਲ ਕੇ ਕਿਸੇ ਲਈ ਚਾਹ ਬਣਾ ਸਕਦਾ ਹੈ, ਕਿ ਉਹ ਮੇਰੀ ਮਾਂ ਲਈ ਮੁਫਤ ਦਵਾਈ ਨਹੀਂ ਦੇਵੇਗਾ? ਉਹ ਸ਼ੂਟ ਵੱਟ ਕੇ ਡਾਕਟਰ ਦੀ ਕੋਠੀ ਵੱਲ ਦੌੜ ਪਿਆ। ਉਸ ਤੋਂ ਕੋਈ 1 ਘੰਟਾ ਬਾਅਦ ਇੱਕ ਮੋਟਰ ਕਾਰ ਆ ਕੇ ਉਹਨਾਂ ਦੇ ਤੰਬੂ ਅੱਗੇ ਖੜੀ ਹੋਈ, ਜਿਸ ਵਿੱਚੋਂ ਪਹਿਲਾਂ ਡਾਕਟਰ ਆਨੰਦ, ਫਿਰ ਮਿਸ ਪੁੰਨਿਆ ਤੇ ਸਭ ਤੋਂ ਬਾਅਦ ਨਵਲ ਕਿਸ਼ੋਰ ਤਿੰਨੇ ਅੱਗੜ ਪਿਛੜ ਬਾਹਰ ਨਿਕਲੇ। ਮਰੀਜ਼ ਨੂੰ ਕੁਝ ਤਾਂ ਡਾਕਟਰ ਨੇ ਆਪ ਅਤੇ ਕੁਝ ਪੁੰਨਿਆਂ ਦੀ ਮਦਦ ਨਾਲ ਵੇਖਿਆ। ਵੇਖਣ ਚਾਖਣ ਤੋਂ ਬਾਅਦ ਡਾਕਟਰ ਇਸ ਨਤੀਜੇ ਤੇ ਪਹੁੰਚਿਆ ਕਿ ਕਿਸੇ ਅਸਹਿ ਸੱਟ ਜਾਂ ਸਦਮੇ ਕਾਰਨ ਨਿਹਾਲੋ ਦੇ ਪੇਟ ਵਿੱਚ ਬੱਚੇਦਾਨੀ ਫਟ ਜਾਣ ਕਰਕੇ ਬੱਚਾ ਆਪਣੇ ਅਸਲੀ ਥਾਂ ਤੋਂ ਥਿੜਕ ਕੇ ਮੂੰਹ ਦੇ ਬਲ ਹੋ ਗਿਆ ਹੈ, ਜਿਸ ਕਰਕੇ ਉਸ ਦਾ ਬਚਣਾ ਮੁਸ਼ਕਿਲ ਹੈ। ਪੁੰਨਿਆ ਇਸ ਕੇਸ ਨੂੰ ਵੇਖ ਕੇ ਘਬਰਾ ਗਈ। ਮਰੀਜ਼ ਨਾਲੋਂ ਵੀ ਬਹੁਤਾ ਦੁੱਖ ਉਸ ਨੂੰ ਉਸਦੇ ਸੰਬੰਧੀਆਂ ਦੀ ਹਾਲਤ ਵੇਖ ਕੇ ਹੋਇਆ। ਉਹ ਪ੍ਰਤੱਖ ਵੇਖ ਰਹੀ ਸੀ ਜਿਵੇਂ ਇਸ ਛੋਟੀ ਜਿਹੀ ਕਿਸ਼ਤੀ ਦਾ ਮਲਾਹ ਡੁੱਬ ਰਿਹਾ ਹੈ, ਜਿਸ ਦੇ ਨਾਲ ਹੀ ਕਿਸ਼ਤੀ ਵੀ ਪੈਰੋਂ ਪੈਰ ਰਸਾਤਲ ਨੂੰ ਜਾ ਰਹੀ ਹੈ। ਆਪਰੇਸ਼ਨ ਕਰਨਾ ਪਵੇਗਾ। ਡਾਕਟਰ ਦੇ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਸਾਰੇ ਟੱਬਰ ਦੇ ਦੁੱਖਾਂ ਦੇ ਢੇਰ ਉੱਤੇ ਇੱਕ ਹੋਰ ਤੌਂਦਾ ਉਸਰ ਗਿਆ।
ਸਿਵਲ ਹਸਪਤਾਲ ਲੈ ਜਾਓ ਕਹਿ ਕੇ ਜਿਉਂ ਹੀ ਡਾਕਟਰ ਤੰਬੂ ਚੋਂ ਬਾਹਰ ਨਿਕਲਣ ਲੱਗਾ ਕਿ ਪੁੰਨਿਆ ਨੇ ਹੱਥ ਫੜ ਕੇ ਉਸ ਨੂੰ ਰੋਕ ਲਿਆ। ਡਾਕਟਰ ਜੀ। ਡਾਕਟਰ ਨੇ ਉਸ ਵੱਲ ਤੱਕਿਆ। ਉਹ ਬੋਲੀ, ਪਰ ਇਸ ਦਾ ਇੰਤਜ਼ਾਮ ਕੌਣ ਕਰੇਗਾ? ਇੰਤਜ਼ਾਮ? ਡਾਕਟਰ ਸੋਚੀ ਪੈ ਗਿਆ। ਇਹ ਸਾਨੂੰ ਹੀ ਕਰਨਾ ਪਵੇਗਾ ਡਾਕਟਰ ਜੀ। ਪੁੰਨਿਆ ਦੀਆਂ ਅੱਖਾਂ ਉਸ ਦੀਆਂ ਅੱਖਾਂ ਵਿੱਚ ਗੱਡੀਆਂ ਗਈਆਂ। ਜਦ ਤੀਕ ਇਹ ਵਿਚਾਰੇ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕਰਨਗੇ ਤਦ ਤੱਕ ਤਾਂ ਮਰੀਜ਼ ਨੇ ਖਤਮ ਹੋ ਜਾਣਾ ਏ। ਡਾਕਟਰ ਨੇ ਸਵਾਲ ਭਰੀ ਨਜ਼ਰ ਨਾਲ ਉਸ ਵੱਲ ਤੱਕਿਆ। ਕਾਰਜੂ ਸਾਡੇ ਕੋਲ ਹੈ, ਪੁੰਨਿਆ ਨੇ ਜਵਾਬ ਦਿੱਤਾ ਤੇ ਬਿਨਾਂ ਉਸਦੀ ਪ੍ਰਵਾਨਗੀ ਉਡੀਕਿਆ ਉਹਨੇ ਹਾਲੋ ਦੀ ਸਰਹੰਦੀ ਜਾ ਖੜੋਤੀ ਤੇ ਉਸਦੇ ਮੋਢਿਆਂ ਨੂੰ ਮਜ਼ਬੂਤ ਹੱਥ ਪਾਉਂਦੀ ਹੋਈ ਕੋਲ ਖਲੋਤੀਆਂ ਜਨਾਨੀਆਂ ਨੂੰ ਕਹਿਣ ਲੱਗੀ, ਹੱਥ ਪਵਾਓ ਭੈਣੋ ਜ਼ਰਾ, ਖੜੀਆਂ ਮੂੰਹ ਕੀ ਤੱਕਦੀਆਂ ਜੇ। ਨਿਹਾਲੋ ਨੂੰ ਹੱਥੋਂ ਹੱਥੀ ਚੁੱਕ ਕੇ ਮੋਟਰ ਦੀ ਪਿਛਲੀ ਸੀਟ ਤੇ ਲਿਟਾ ਦਿੱਤਾ ਗਿਆ। ਫਿਰ ਛੋਟੀ ਡਾਕਟਰ ਦਾ ਇਸ਼ਾਰਾ ਪਾ ਕੇ ਨਵਲ ਕਿਸ਼ੋਰ ਤੇ ਸ਼ੀਲੋ ਦੋਵੇਂ ਭੈਣ ਭਰਾ ਅੰਦਰ ਲੰਘ ਕੇ ਮਾਂ ਦੇ ਕੋਲ ਜਾ ਬੈਠੇ। ਹਸਪਤਾਲ ਦੇ ਜਨਾਨਾ ਵਾਰਡ ਵਿੱਚ ਨਿਹਾਲੋ ਨੂੰ ਇੱਕ ਡਾਕਟਰ ਦੇ ਚਾਰਜ ਵਿੱਚ ਦਿੱਤਾ ਗਿਆ। ਇਨ੍ਹਾਂ ਥਾਵਾਂ ਤੇ ਅਵਲ ਤਾਂ ਕਿਸੇ ਗਰੀਬ ਦਾ ਦਾਖਲ ਹੋਣਾ ਹੀ ਗਨੀਮਤ ਹੈ। ਭਲਾ ਜੇ ਮੁਹਿੰਮ ਸਰ ਹੋ ਵੀ ਗਈ ਤਾਂ ਇਸ ਤੋਂ ਬਾਅਦ ਇੱਥੇ ਕਦਮ ਕਦਮ ਤੇ ਰੁਪਈਆਂ ਦਾ ਛਿੜਕਾਓ ਕਰਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਇੱਥੋਂ ਕਿਸੇ ਲਾਭ ਦੀ ਉਮੀਦ ਨਹੀਂ ਹੋ ਸਕਦੀ। ਪਰ ਨਿਹਾਲੋ ਇਹੋ ਜਿਹੀ ਕਿਸੇ ਬਦਸਲੂਕੀ ਤੋਂ ਬਚੀ ਰਹੀ ਕਿਉਂਕਿ ਦਾਖਲ ਕਰਾਉਣ ਵਾਲਾ ਕੋਈ ਹੋਰ ਨਹੀਂ ਡਾਕਟਰ ਆਨੰਦ ਸੀ ਤੇ ਇਦੋਂ ਵੀ ਜ਼ਿਆਦਾ ਸੀ ਉਸਦੀ ਅਸਿਸਟੈਂਟ ਮਿਸ ਪੁੰਨਿਆ। ਰੋਗਨ ਦੀ ਹਾਲਤ ਖਤਰਨਾਕ ਸੀ। ਬੱਚਾ ਭਾਵੇਂ ਉਸਦੇ ਪੇਟ ਵਿੱਚ ਹਜੇ ਤੱਕ ਜਿਉਂਦਾ ਸੀ ਪਰ ਇਸਦੇ 1 ਘੰਟੇ ਤੋਂ ਵੱਧ ਜਿਉਂਦੇ ਰਹਿਣ ਦੀ ਉਮੀਦ ਨਹੀਂ ਸੀ। ਜੱਚਾ ਦੀ ਤਕਲੀਫ ਦਾ ਕੋਈ ਉੜਕ ਬੰਨਾ ਨਹੀਂ ਸੀ। ਉਹ ਅੱਧ ਪੁੱਠੇ ਕੁੱਕੜ ਵਾਂਗ ਬੁਰੀ ਤਰ੍ਹਾਂ ਚਟਪਟਾ ਰਹੀ ਸੀ। ਨਵਲ ਕਿਸ਼ੋਰ ਤੇ ਸ਼ੀਲੋ ਦੋਵੇਂ ਮਾਂ ਦੀ ਹਾਲਤ ਵੇਖ ਕੇ ਸਖਤ ਪਰੇਸ਼ਾਨ ਹੋ ਰਹੇ ਸਨ। ਨਿਹਾਲੋ ਦੀ ਤਕਲੀਫ ਬੇਕਾਬੂ ਹੋ ਕੇ ਸਾਰੇ ਵਾਰਡ ਲਈ ਬੇਆਰਾਮੀ ਦਾ ਕਾਰਨ ਬਣ ਗਈ। ਉਸ ਨੂੰ ਜਦ ਮਾਰਫੀਆ ਦੀ ਡੋਜ਼ ਦਿੱਤੀ ਗਈ ਤਾਂ ਥੋੜੀ ਦੇਰ ਬਾਅਦ ਉਸ ਨੂੰ ਨੀਂਦਰ ਆ ਗਈ। ਸਿਵਲ ਸਰਜਨ ਦੀ ਪ੍ਰਵਾਨਗੀ ਬਿਨਾਂ ਆਪਰੇਸ਼ਨ ਨਹੀਂ ਸੀ ਕੀਤਾ ਜਾ ਸਕਦਾ ਤੇ ਉਹ ਇਸ ਵੇਲੇ ਮੌਜੂਦ ਨਹੀਂ ਸੀ, ਸੋ ਸਾਰਾ ਅਮਲਾ ਉਸ ਦੀ ਉਡੀਕ ਵਿੱਚ ਬੈਠਾ ਰਿਹਾ। ਅਖੀਰ ਸਿਵਲ ਸਰਜਨ ਆਇਆ। ਉਸਨੇ ਮਰੀਜ਼ ਦੀ ਦੇਖਭਾਲ ਕੀਤੀ ਤੇ ਉਸਨੇ ਫੈਸਲਾ ਦਿੱਤਾ, ਬੱਚਾ ਪੇਟ ਵਿੱਚ ਮਰ ਚੁੱਕਾ ਹੈ, ਮਰੀਜ਼ ਨੂੰ ਆਪਰੇਸ਼ਨ ਰੂਮ ਵਿੱਚ ਲੈ ਜਾਇਆ ਜਾਵੇ। ਅਖੀਰ ਇਹੋ ਕੁਝ ਹੋਇਆ। ਆਪਰੇਸ਼ਨ ਦੀ ਮਦਦ ਨਾਲ ਬੱਚੇ ਦੇ ਮੁਰਦਾ ਲੋਥੜੇ ਨੂੰ ਟੁਕੜੇ-ਟੁਕੜੇ ਕਰਕੇ ਕੱਢਿਆ ਗਿਆ। ਬਾਕੀ ਰਹਿ ਗਿਆ ਨਿਹਾਲੋ ਦੀ ਜ਼ਿੰਦਗੀ ਦਾ ਸਵਾਲ। ਨਵਲ ਕਿਸ਼ੋਰ ਲਈ ਜਿਵੇਂ ਦੁਨੀਆ ਹੀ ਬਦਲ ਚੁੱਕੀ ਸੀ। ਕੁਦਰਤ ਨੇ ਉਸ ਵਿਚਾਰੇ ਉੱਤੇ ਜਿਹੜੀ ਪਹਿਲੀ ਬਿਪਤਾ ਪਾਈ ਦੇਸ਼ ਨਿਕਾਲੇ ਦੀ, ਉਹ ਕਿਉਂਕਿ ਸਰਬ ਸਾਂਝੀ ਸੀ ਜਿਸ ਲਈ ਉਹ ਆਪਣੇ ਹੋਰ ਬੇਅੰਤ ਵਤਨੀਆਂ ਸਮੇਤ ਉਸ ਨੂੰ ਝੱਲ ਗੁਜ਼ਰਿਆ। ਦੁਰਭਾਗ ਨੇ ਜਿਸ ਤਰ੍ਹਾਂ ਉਸ ਨੂੰ ਘਰੋਂ ਕੱਢ ਕੇ ਇੱਕ ਪਾਟੇ ਹੋਏ ਤੰਬੂ ਵਿੱਚ ਲਿਆ ਸੁੱਟਿਆ ਸੀ, ਇਸ ਦੁੱਖ ਨੂੰ ਉਹ ਦੂਸਰਿਆਂ ਦੀ ਦੇਖਾ ਦੇਖੀ ਜਰ ਗਿਆ ਸੀ। ਪਰ ਇਹ ਜਿਹੜਾ ਨਵਾਂ ਅਨਰਥ ਉਸ ਨਾਲ ਹੋਣ ਵਾਲਾ ਸੀ, ਇਸ ਦਾ ਕੀ ਬਣੇਗਾ? ਬਾਰ-ਬਾਰ ਇਹੋ ਗੱਲ ਉਸਦੇ ਸੀਨੇ ਵਿੱਚੋਂ ਸ਼ੂਕਰ ਦੇ ਸੱਪ ਵਾਂਗ ਲੰਘ ਜਾਂਦੀ, ਜੇ ਮਾਂ ਮਰ ਗਈ ਤਾਂ ਮੈਂ ਕੀ ਕਰਾਂਗਾ? ਬਾਲਾਂ ਨੂੰ ਕੌਣ ਸਾਂਭੇਗਾ? ਕੁੜੀਆਂ ਦੇ ਵਿਆਹ ਦਾ ਕੀ ਬਣੇਗਾ? ਕੰਨੂ ਨੂੰ ਕੌਣ ਪਾਲੇਗਾ? ਭਾਈਏ ਦੀ ਦੇਖਭਾਲ ਕੌਣ ਕਰੇਗਾ? ਇਹ ਸਭ ਕੁਝ ਦੁਖਦਾਈ ਸੀ। ਮੌਤ ਦੇ ਮੂੰਹ ਵਿੱਚ ਆਈ ਹੋਈ ਉਸਦੀ ਮਾਂ ਦੀ ਹਾਲਤ ਇਦੋਂ ਵੀ ਸਖਤ ਕਸ਼ਟਮਈ ਸੀ। ਪਰ ਸਭ ਤੋਂ ਵੱਧ ਜਿਸ ਚੀਜ਼ ਦਾ ਸੰਤਾਪ ਨਵਲ ਕਿਸ਼ੋਰ ਦੇ ਦਿਲ ਦੀਆਂ ਬੋਟੀਆਂ ਤੋੜ ਰਿਹਾ ਸੀ, ਇਹ ਇੱਕ ਹੋਰ ਚੀਜ਼ ਸੀ ਤੇ ਅੱਜ ਤੋਂ ਨਹੀਂ, ਕਈ ਦਿਨ ਪਹਿਲਾਂ ਤੋਂ ਹੀ ਉਸਦੇ ਅੰਦਰ ਇਸ ਦੀ ਤਲਖ ਅਨੁਭਵਤਾ ਉਸ ਨੂੰ ਬੇਆਰਾਮ ਕਰਦੀ ਚਲੀ ਆ ਰਹੀ ਸੀ। ਕਈ ਦਿਨ ਹੋਏ ਨਿਹਾਲੋ ਨੇ ਉਸ ਨੂੰ ਕਿਹਾ ਸੀ, ਚੇਤੂ ਮੇਰਾ ਦਿਲ ਕਹਿੰਦਾ ਏ ਇਹ ਜਿਹੜੇ 600 ਰੁਪਈਏ ਤੂੰ ਲਿਆਂਦੇ ਨੇ ਸਾਨੂੰ ਨਹੀਂ ਪਚਣੇ। ਪੁੱਤਰ ਪਾਪ ਦੀ ਕੌਡੀ ਜਿੱਥੇ ਆ ਵੜੇ ਉਹ ਥਾਂ ਦੇਵੀ ਦੇਵਤਿਆਂ ਦੇ ਸਰਾਪ ਨਾਲ ਉਜੜ ਜਾਇਆ ਕਰਦੀ ਏ। ਨਾ ਜਾਣੀਏ ਇਹ ਨਿਹੱਕ ਦਾ ਪੈਸਾ ਸਾਡੇ ਉੱਤੇ ਕੋਈ ਬਿਪਤਾ ਪਾ ਦੇਵੇ। ਮਾਂ ਦੇ ਇਸ ਕਹਿਣ ਨੂੰ ਪਹਿਲਾਂ ਤਾਂ ਉਸਨੇ ਨਿਰਾ ਜਨਾਨੀਆਂ ਦਾ ਵਹਿਮ ਕਹਿ ਕੇ ਹੱਸ ਛੱਡਿਆ ਸੀ, ਪਰ ਜਿਸ ਵੇਲੇ ਤੋਂ ਸ਼ੰਭੂ ਨਾਲ ਉਸ ਪੁਲੀ ਵਾਲੀ ਮੁਲਾਕਾਤ ਕਰਕੇ ਮੁੜਿਆ, ਉਸਦੇ ਦਿਲ ਨੂੰ ਯਕੀਨ ਹੋ ਗਿਆ ਕਿ ਉਸਨੇ ਸੱਚਮੁੱਚ ਹੀ ਨਿਹੱਕ ਦਾ ਪੈਸਾ ਘਰ ਵਿੱਚ ਲਿਆ ਵਾੜਿਆ ਹੈ। ਉਸ ਨੂੰ ਮਾਂ ਦੀਆਂ ਕਹੀਆਂ ਹੋਈਆਂ ਗੱਲਾਂ ਬੇਮਤਲਬ ਨਹੀਂ ਸਗੋਂ ਵਜ਼ਨਦਾਰ ਜਾਪਣ ਲੱਗੀਆਂ। ਉਸਦੇ ਘਰ ਜੋ ਕੁਝ ਅੱਜ ਵਾਪਰ ਚੁੱਕਾ ਸੀ, ਇਸ ਨਾਲ ਉਸਨੂੰ ਪੂਰਾ ਯਕੀਨ ਬੱਝ ਗਿਆ ਕਿ ਜ਼ਰੂਰ ਇਹ ਸਭ ਉਸੇ ਪਾਪ ਦੀ ਖੱਟੀ ਦਾ ਹੀ ਫਲ ਹੈ। ਇਹੋ ਵਜ੍ਹਾ ਸੀ ਨਾ ਤਾਂ ਡਾਕਟਰ ਆਨੰਦ ਦੀਆਂ ਦਿੱਤੀਆਂ ਹੋਈਆਂ ਤਸੱਲੀਆਂ ਨਾਲ, ਨਾ ਹੀ ਛੋਟੀ ਡਾਕਟਰ ਦੀਆਂ ਦਿਲਬਰੀਆਂ ਨਾਲ ਉਸਨੂੰ ਕੋਈ ਢਾਸ ਵੱਜੀ। ਉਸ ਦੇ ਦਿਲੋਂ ਬਾਰ-ਬਾਰ ਇਹੋ ਆਵਾਜ਼ ਉੱਠਦੀ, ਭਾਵੇਂ ਕੁਝ ਵੀ ਹੋਵੇ, ਘਰ ਹੁਣ ਬਰਬਾਦ ਹੋ ਕੇ ਹੀ ਰਹੇਗਾ। ਇਸ ਘਰ ਵਿੱਚ ਪਾਪ ਦਾ ਪੈਸਾ ਜੋ ਆ ਰਲਿਆ ਹੈ। ਪਰ ਇਸ ਦਾ ਇਲਾਜ? ਘੜੀ ਮੁੜੀ ਨਵਲ ਕਿਸ਼ੋਰ ਦੇ ਦਿਲੋਂ ਸਵਾਲ ਉੱਠਦਾ, ਜਿਸ ਦੇ ਜਵਾਬ ਵਿੱਚ ਉਹ ਸੋਚਦਾ, ਕੋਈ ਇਲਾਜ ਨਹੀਂ, ਤਬਾਹੀ ਹੋ ਕੇ ਹੀ ਰਹੇਗੀ, ਕਿਸੇ ਦੇ ਵੀ ਰੋਕਿਆਂ ਰੋਕ ਨਹੀਂ ਸਕਦੀ। ਅੱਧੀ ਜਾਂ ਪੌਣੀ ਰਾਤ ਨਵਲ ਕਿਸ਼ੋਰ ਨੇ ਇੰਨਾ ਹੀ ਲਹੂ ਪੀਣੇ ਖਿਆਲਾਂ ਦੇ ਘੁੰਮਣ ਘੇਰ ਵਿੱਚ ਚੱਕਰ ਖਾਂਦਿਆਂ ਗੁਜ਼ਾਰ ਦਿੱਤੀ। ਉਸ ਦਾ ਯਕੀਨ ਪੈਰੋਂ ਪੈਰ ਪੱਕਾ ਹੁੰਦਾ ਜਾਂਦਾ ਸੀ ਕਿ ਉਸਦੀ ਮਾਂ ਹੁਣ ਬਚ ਨਹੀਂ ਸਕਦੀ। ਉਹਦੇ ਚੌਹੀਂ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਸੀ ਤੇ ਇਸ ਨਿਰਾਸ਼ਾ ਦਾ ਸਭ ਤੋਂ ਭਿਆਨਕ ਪਾਸਾ ਸੀ ਮਾਇਕ ਪਾਸਾ। ਉਸ ਦੇ ਘਰ ਵਿੱਚ ਇਸ ਵੇਲੇ ਜਿੰਨੀ ਕੁ ਰਕਮ ਹੈ ਸੀ,
ਉਹ ਤਾਂ ਉਸੇ ਪਾਪ ਦੀ ਖੱਟੀ ਸੀ ਕਿ ਉਸਦੇ ਖਰਚ ਨਾਲੋਂ ਆਪਣੇ ਪਾਪ ਦੀ ਪੰਡ ਹੋਰ ਭਾਰੀ ਕਰੇ। ਉਸਦੀ ਤਨਖਾਹ ਮਿਲਣ ਵਿੱਚ ਹਜੇ ਕਾਫੀ ਦਿਨ ਸਨ ਤੇ ਜਿਸ ਸ਼ੁਕਲ ਜੀ ਉੱਤੇ ਉਸਨੂੰ ਸਭ ਤੋਂ ਬਹੁਤਾ ਮਾਣ ਸੀ, ਉਸਨੂੰ ਉਹ ਅੱਗੇ ਇੱਕ ਵਾਰੀ ਅਜਮਾ ਕੇ ਵੇਖ ਚੁੱਕਾ ਸੀ, ਜਿੱਥੋਂ ਕੋਰੇ ਚੈੱਕ ਦੇ ਥਾਂ ਉਸਨੂੰ ਕੋਰਾ ਜਵਾਬ ਹੀ ਪ੍ਰਾਪਤ ਹੋਇਆ ਸੀ। ਰਾਤ ਅੱਧੀ ਦੇ ਲਗਭਗ ਬੀਤ ਚੁੱਕੀ ਸੀ। ਮਾਂ ਦੇ ਮੰਜੇ ਲਾਗੇ ਨਵਲ ਕਿਸ਼ੋਰ ਫਰਸ਼ ਤੇ ਖੇਸ ਵਿਛਾ ਕੇ ਲੇਟਿਆ ਹੋਇਆ ਸੀ। ਨਿਹਾਲੋ ਨੂੰ ਦੁਬਾਰਾ ਮਾਰਫੀਆ ਦੇ ਕੇ ਉਸਦੀ ਪੀੜ ਉੱਤੇ ਨੀਂਦਰ ਦਾ ਗਲਾਫ ਚਾੜਿਆ ਗਿਆ ਸੀ, ਪਰ ਨਵਲ ਕਿਸ਼ੋਰ ਨੂੰ ਜੇ ਕਦੇ ਇਸੇ ਮਾਰਫੀਆ ਦੀਆਂ ਇੱਕ ਦੇ ਥਾਂ 2-3 ਡੋਜ਼ਾਂ ਵੀ ਕੋਈ ਦੇ ਦਿੰਦਾ ਤਾਂ ਵੀ ਨੀਂਦਰ ਉਸਦੇ ਨੇੜੇ ਨਾ ਆ ਸਕਦੀ, ਕਿਉਂਕਿ ਸਰੀਰਕ ਪੀੜਾਂ ਨਾਲੋਂ ਮਾਨਸਿਕ ਪੀੜ ਜ਼ਿਆਦਾ ਦੁਖਦਾਈ ਤੇ ਅਸਾਧ ਹੁੰਦੀ ਹੈ। ਉਹ ਘੜੀ ਮੁੜੀ ਆਪਣੀ ਕਿਸਮਤ ਉੱਤੇ ਝੁੰਝਲਾ ਉੱਠਦਾ, ਜਿਹੜੀ ਇੰਨੀ ਦਿਨੀ ਉਸ ਨਾਲ ਅਜੀਬ ਮਖੌਲ ਕਰ ਰਹੀ ਸੀ। ਕਦੀ ਤਾਂ ਉਸਦੀਆਂ ਖੁਆਬਾਂ ਵਿੱਚ ਅਰਸ਼ਾ ਜਿੰਨੀ ਉਚਾਈ ਤੇ ਕਦੀ ਪਾਤਾਲ ਨਾਲੋਂ ਵੀ ਡੂੰਘੀ ਢਾਹ। ਇਸ ਵੇਲੇ ਇੱਕੋ ਚੀਜ਼ ਸੀ ਜਿਸ ਬਾਰੇ ਮੁੜ ਉਸਦੇ ਹਿਰਦੇ 'ਚੋਂ ਇੱਕ ਪੁਕਾਰ ਉੱਠਦੀ, ਹੇ ਪਰਮਾਤਮਾ, ਮੇਰਾ ਸਭ ਕੁਝ ਲੈ ਲਵੇਂ, ਸਾਰੀ ਉਮਰ ਲਈ ਬੇਤਨਖਾਹ ਖਰੀਦ ਲਵੇਂ, ਪਰ ਇੱਕ ਵਾਰੀ ਮੇਰੀ ਮਾਂ ਦੀ ਜਾਨ ਬਚ ਜਾਵੇ, ਮੈਂ ਹੋਰ ਸਾਰੀਆਂ ਮੁਸੀਬਤਾਂ ਸਹਿ ਲਵਾਂਗਾ। ਪਰ ਜੇ ਮੇਰੀ ਮਾਂ। ਘੜਿਆਲੀ ਨੇ ਇੱਕ ਦਾ ਘੰਟਾ ਖੜਕਾਇਆ। ਲੰਮੇ ਪਿਆ ਨਵਲ ਕਿਸ਼ੋਰ ਜ਼ੋਰ ਦੇ ਕੇ ਅੱਖ ਮੀਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੋ ਘੜੀ 2 ਘੜੀਆਂ ਲਈ ਉਸ ਨੂੰ ਨੀਂਦਰ ਆ ਜਾਵੇ, ਪਰ ਬੇਅਰਥ। ਨਿਹਾਲੋ ਨੂੰ ਤੀਜੀ ਵਾਰੀ ਮਾਰਫੀਆ ਦਿੱਤਾ ਜਾ ਚੁੱਕਾ ਸੀ। ਇਸੇ ਵੇਲੇ ਉਸਦੇ ਕੰਨਾਂ ਵਿੱਚ ਮੋਟਰ ਦੀ ਘੂੰ ਸੁਣਾਈ ਦਿੱਤੀ, ਫਿਰ 3-4 ਵਾਰੀ ਹਾਰਨ ਵੱਜਣ ਦੀ। ਸ਼ਾਇਦ ਹਸਪਤਾਲ ਦੇ ਗੇਟ ਵੱਲੋਂ ਇਹ ਆਵਾਜ਼ ਆ ਰਹੀ ਸੀ। ਉਹ ਉੱਠ ਕੇ ਬੈਠ ਗਿਆ। ਬੈਠਿਆ ਉਸਨੂੰ 2 ਮਿੰਟ ਹੀ ਹੋਏ ਹੋਣਗੇ ਕਿ ਦੂਰੋਂ ਹਨੇਰੇ ਵਿੱਚ ਤੇਜ਼ ਚਾਨਣ ਦੀਆਂ 2 ਅੱਖਾਂ ਜਿਹੀਆਂ ਇਸ ਪਾਸੇ ਆਉਂਦੀਆਂ ਉਸਨੂੰ ਦਿਖਾਈ ਦਿੱਤੀਆਂ। ਫਿਰ ਉਹੀ ਉਸਦੀ ਪਛਾਤੀ ਹੋਈ ਕਾਰ ਉਸੇ ਵਾਰਡ ਦੇ ਸਾਹਮਣੇ ਆ ਕੇ ਖੜੀ ਹੋ ਗਈ। ਫਿਰ ਤਾਕੀ ਖੋਲ ਕੇ ਇੱਕ ਇਸਤਰੀ ਆਕਾਰ ਉਸ ਤੋਂ ਬਾਹਰ ਨਿਕਲਿਆ। ਜਿਉਂ ਹੀ ਨਵਲ ਕਿਸ਼ੋਰ ਨੇ ਉਹਨੂੰ ਇਸੇ ਪਾਸੇ ਆਉਂਦਿਆਂ ਤੱਕਿਆ ਕਿ ਉੱਠ ਕੇ ਖੜਾ ਹੋ ਗਿਆ। ਉਸਦੇ ਨੇੜੇ ਆਉਣ ਤੇ ਨਵਲ ਕਿਸ਼ੋਰ ਨੇ ਝੱਟ ਉਹਨੂੰ ਪਛਾਣ ਲਿਆ। ਉਹੀ ਛੋਟੀ ਡਾਕਟਰ ਸੀ ਜਿਹੜੀ ਰਾਤੀ ਕਿੰਨਾ ਹੀ ਚਿਰ ਉਸਦੀ ਮਾਂ ਪਾਸ ਬੈਠੀ ਰਹੀ ਸੀ। ਆਪਰੇਸ਼ਨ ਵੇਲੇ ਭਾਵੇਂ ਨਵਲ ਕਿਸ਼ੋਰ ਨੂੰ ਕਮਰੇ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ, ਪਰ ਉਹ ਇਸ ਛੋਟੀ ਡਾਕਟਰ ਦੀ ਭੱਜੋ ਨੱਠੀ ਨੂੰ ਗੌਰ ਨਾਲ ਵੇਖਦਾ ਰਿਹਾ ਸੀ, ਜਿਹੜੀ ਬੜੀ ਫੁਰਤੀ ਨਾਲ ਕਦੀ ਅੰਦਰੋਂ ਬਾਹਰ ਕਦੀ ਬਾਹਰੋਂ ਅੰਦਰ ਤਦ ਤੱਕ ਦੌੜੀ ਫਿਰੀ ਸੀ ਜਦ ਤੱਕ ਕਿ ਆਪਰੇਸ਼ਨ ਦਾ ਕੰਮ ਖਤਮ ਨਾ ਹੋ ਗਿਆ। ਕਿਸ਼ੋਰ ਆਪਣਾ ਨਾਂ ਛੋਟੀ ਡਾਕਟਰ ਦੇ ਮੂੰਹੋਂ ਸੁਣ ਕੇ ਨਵਲ ਕਿਸ਼ੋਰ ਸਤਿਕਾਰ ਨਾਲ ਹੱਥ ਜੋੜ ਕੇ ਕੁਝ ਸੰਗਦਾ ਉਸ ਵੱਲ ਵਧਿਆ। ਨਵਲ ਕਿਸ਼ੋਰ ਨੂੰ ਡੱਡੋ ਲਿੱਕਾ ਵੇਖ ਕੇ ਪੁੰਨਿਆ ਉਸਨੂੰ ਦਿਲਾਸਾ ਦੇਣ ਲੱਗੀ, ਤੇਰੀ ਮਾਂ ਨੂੰ ਆਰਾਮ ਆ ਜਾਏਗਾ, ਘਾਬਰ ਨਾ, ਤੇਰੇ ਵਰਗੇ ਜਵਾਨਾਂ ਨੂੰ ਘਾਬਰਨਾ ਨਹੀਂ ਚਾਹੀਦਾ। ਪੁੰਨਿਆ ਦਾ ਦਿਲਾਸਾ ਨਵਲ ਕਿਸ਼ੋਰ ਦੇ ਅਥਰੂਆਂ ਨੂੰ ਰੋਕਣ ਦਾ ਕਾਰਨ ਬਣ ਗਿਆ। ਉਹ ਅੱਖਾਂ ਪੂੰਝਦਾ ਹੋਇਆ ਬੋਲਿਆ, ਨਹੀਂ ਡਾਕਟਰ ਜੀ, ਇਸ ਨੂੰ ਆਰਾਮ ਨਹੀਂ ਆਉਣਾ। ਨਹੀਂ ਆਉਣਾ? ਪੁੰਨਿਆ ਬੋਲੀ, ਇਹ ਤੂੰ ਕੀ ਕਹਿਣ ਡਿਆ ਹੋਇਆ ਏ? ਜੀ, ਇਹ ਮੇਰੇ ਹੀ ਪਾਪ ਦਾ ਫਲ ਭੋਗ ਰਹੀ ਹੈ ਵਿਚਾਰੇ। ਤੇਰੇ ਪਾਪ ਦਾ? ਜੀ। ਇਹੋ ਜਿਹਾ ਕਿਹੜਾ ਪਾਪ ਕੀਤਾ ਤੂੰ? ਨਵਲ ਕਿਸ਼ੋਰ ਬੋਲਿਆ ਨਹੀਂ। ਉਸਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਟਪਕਣ ਲੱਗੀਆਂ। ਕਿਸ਼ੋਰ? ਪੁੰਨਿਆ ਦੀਆਂ ਪਤਲੀਆਂ ਉਂਗਲਾਂ ਉਸਦੇ ਸਿਰ ਤੇ ਫਿਰ ਰਹੀਆਂ ਸਨ। ਦਿਲ ਨਹੀਂ ਛੱਡੀਦਾ। ਨਵਲ ਕਿਸ਼ੋਰ ਸਿਸਕੀਆਂ ਭਰ ਰਿਹਾ ਸੀ, ਮੇਰੇ ਪਾਪ ਦਾ ਫਲ ਮੈਂ ਕਹਿਣਾ ਇਸ ਵਿਚਾਰੀ ਨੂੰ ਕਿਉਂ ਭੋਗਣਾ ਪਿਆ? ਮਈਓ ਕਿਉਂ ਨਾ ਬਿਮਾਰ ਹੋ ਗਿਆ? ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। ਆ ਜਰਾ ਉੱਥੇ ਚੱਲ ਕੇ ਗੱਲਾਂ ਕਰੀਏ, ਕਹਿੰਦੀ ਹੋਈ ਪੁੰਨਿਆ ਉਸਦਾ ਹੱਥ ਫੜ ਕੇ ਇੱਕ ਪਾਸੇ ਤੁਰ ਪਈ। ਹਾਂ, ਕੀ ਪਾਪ ਕੀਤਾ ਤੂੰ? ਇਕਲ ਵਾਂਝੇ ਪਹੁੰਚ ਕੇ ਉਸਨੇ ਨਵਲ ਕਿਸ਼ੋਰ ਨੂੰ ਪੁੱਛਿਆ। ਮੈਨੂੰ ਦੱਸਣ ਵਿੱਚ ਕੋਈ ਹਰਜ ਤਾਂ ਨਹੀਂ ਸਮਝਦਾ ਕਿਸ਼ੋਰ, ਸਗੋਂ ਤੁਹਾਡੇ ਅੱਗੇ ਦੱਸਣ ਨੂੰ ਮੇਰਾ ਦਿਲ ਕਰ ਰਿਹਾ ਭੈਣ ਜੀ। ਤਾਂ ਦੱਸ ਫਿਰ, ਤੈਨੂੰ ਯਕੀਨ ਦਿਵਾਨੀ ਹਾਂ ਕਿ ਮੇਰੇ ਕੋਲੋਂ ਤੇਰੀ ਭਲਾਈ ਹੀ ਹੋਵੇਗੀ, ਜਿੰਨੀ ਕੁ ਮੇਥੋਂ ਹੋ ਸਕੇ। ਪਹਿਲਾਂ ਮੈਂ ਤੈਨੂੰ ਦੱਸ ਲਵਾਂ ਕਿ ਮੈਂ ਵੀ ਤੇਰੇ ਵਰਗੀ ਇੱਕ ਰਿਫਿਊਜੀ ਹਾਂ। ਤੁਸੀਂ ਕਿਹੜੇ ਜ਼ਿਲ੍ਹੇ ਦੇ ਹੋ? ਜੀ, ਜ਼ਿਲ੍ਹਾ ਸਰਗੋਦਾ। ਮੈਂ ਵੀ ਸਰਗੋਦੇ ਦੀ ਰਹਿਣ ਵਾਲੀ ਹਾਂ। ਸੁਣ ਕੇ ਨਵਲ ਕਿਸ਼ੋਰ ਦਾ ਦਿਲ ਕੁਝ ਟਿਕਾਣੇ ਆ ਗਿਆ। ਪੁੰਨਿਆ ਬੋਲੀ, ਮੈਂ ਤੈਨੂੰ ਦੱਸਣ ਲੱਗੀ ਸਾਂ ਕਿ ਸ਼ਾਮੀ ਜਦ ਮੈਂ ਤੇ ਡਾਕਟਰ ਹੋਰਾਂ ਤੇਰੀ ਮਾਂ ਨੂੰ ਇੱਥੇ ਲਿਆਂਦਾ ਸੀ ਤਾਂ ਉਦੋਂ ਵੀ ਤੇਰੇ ਚਿਹਰੇ ਤੋਂ ਮੈਨੂੰ ਕੁਝ ਇਉਂ ਜਾਪਿਆ ਸੀ ਜਿਵੇਂ ਤੂੰ ਕਿਤੇ ਬਹੁਤ ਭਾਰੀ ਬੋਝ ਹੇਠ ਦੱਬਿਆ ਹੋਇਆ ਏ। ਕਾਰ ਵਿੱਚ ਤੂੰ ਮੇਰੇ ਨਾਲ ਬੈਠਾ ਆਇਆ ਸੈਂ। ਤੇਰਾ ਘੜੀ ਮੁੜੀ ਹੌਂਕੇ ਭਰਨਾ ਦੱਸਦਾ ਸੀ ਕਿ ਤੂੰ ਕਾਫੀ ਔਖਾ ਏ, ਪਰ ਉਸ ਵੇਲੇ ਤੇਥੋਂ ਕੁਝ ਪੁੱਛਣ ਦਾ ਮੌਕਾ ਨਹੀਂ ਸੀ। ਘਰ ਜਾ ਕੇ ਵੀ ਮੈਂ ਇਸ ਖਿਆਲ ਵਿੱਚ ਰਹੀ ਇੱਥੋਂ ਤੱਕ ਕਿ ਨੀਂਦਰ ਹੀ ਨਾ ਆਵੇ। ਛੇਕੜ ਮੈਂ ਸੋਚਿਆ ਚੱਲਾਂ, ਨਾਲੇ ਤੇਰੀ ਮਾਂ ਦੀ ਖਬਰ ਲੈ ਆਵਾਂ, ਨਾਲੇ ਤੇਰੇ ਨਾਲ 2-4 ਗੱਲਾਂ ਕਰ ਆਵਾਂ। ਹਾਂ, ਕੀ ਪਾਪ ਹੋਇਆ ਸੀ ਤੇਥੋਂ? ਨਵਲ ਕਿਸ਼ੋਰ ਬੋਲਿਆ, ਮੈਂ ਆਪਣੀ ਸੰਭਾਲ ਵਿੱਚ ਕਦੀ ਕਿਸੇ ਦਾ ਹੱਕ ਨਹੀਂ ਮਾਰਿਆ, ਨਾ ਕਦੀ ਕਿਸੇ ਲੋਭ ਵਿੱਚ ਫਸਿਆ ਸਾਂ, ਪਰ ਪਤਾ ਨਹੀਂ ਮੇਰੀ ਮੱਤ ਤੇ ਕੀ ਪੜਦਾ ਪੈਂਦਾ ਗਿਆ। ਮੈਂ ਕ੍ਰਾਂਤੀ ਪ੍ਰੈਸ ਵਿੱਚ ਕੰਮ ਕਰਦਾ ਹਾਂ। ਉੱਥੇ? ਕ੍ਰਾਂਤੀ ਪ੍ਰੈਸ? ਪੁੰਨਿਆ ਵਿੱਚੋਂ ਹੀ ਬੋਲੀ,
ਉਹੀ ਪੰਡਤ ਸ਼ੁਕਲ ਜੀ ਦਾ? ਜੀ ਹਾਂ, ਉਹੀ। ਮੈਂ ਸ਼ੁਕਲ ਜੀ ਨੂੰ ਜਾਣਦੀ ਹਾਂ, ਕਾਂਗਰਸ ਦੇ ਸਰਗਰਮ ਵਰਕਰ ਨੇ, ਪੁਰਾਣੇ ਦੇਸ਼ ਭਗਤ। ਥੋੜੇ ਦਿਨ ਹੋਏ ਨੇ ਡਾਕਟਰ ਹੋਰਾਂ ਉਸ ਨਾਲ ਮੇਰੀ ਮੁਲਾਕਾਤ ਕਰਾਈ ਸੀ, ਕਹਿੰਦੇ ਸਨ ਬੜੇ ਨੇਕ ਆਦਮੀ ਨੇ। ਤੁਸਾਂ ਭੈਣ ਜੀ ਉਹਨਾਂ ਬਾਬਤ ਇਹੋ ਕੁਝ ਸੁਣਿਆ ਹੋਵੇਗਾ। ਪਰ ਕਹਿੰਦਾ ਕਹਿੰਦਾ ਉਹ ਚੁੱਪ ਹੋ ਗਿਆ। ਕੋਈ ਗੱਲ ਨਹੀਂ, ਪੁੰਨਿਆ ਬੋਲੀ, ਹੋ ਸਕਦਾ ਹੈ ਮੇਰੀ ਜਾਣਕਾਰੀ ਗਲਤ ਹੋਵੇ, ਮੇਰੀ ਉਹਨਾਂ ਨਾਲ ਥੋੜੇ ਦਿਨਾਂ ਦੀ ਜਾਣ ਪਹਿਚਾਣ ਹੈ। ਜਦ ਤੱਕ ਆਦਮੀ ਕਿਸੇ ਨੂੰ ਨੇੜਿਓਂ ਹੋ ਕੇ ਨਾ ਵੇਖੇ, ਕਿਸੇ ਦੇ ਗੁਨਾਹ ਔਗਣਾ ਬਾਬਤ ਕੀ ਪਤਾ ਲੱਗ ਸਕਦਾ ਏ। ਨਵਲ ਕਿਸ਼ੋਰ ਨੇ ਆਦ ਤੋਂ ਅੰਤ ਤੀਕ ਆਪਣੀ ਹੱਡਬੀਤੀ ਪੂਰੇ ਵੇਰਵੇ ਨਾਲ ਪੁੰਨਿਆ ਅੱਗੇ ਕਹਿ ਸੁਣਾਈ, ਜਿਸ ਨੂੰ ਸੁਣਦੀ ਪੁੰਨਿਆ ਸੋਨੀ ਹੋ ਗਈ। ਪੁੰਨਿਆ ਨੂੰ ਨਵਲ ਕਿਸ਼ੋਰ ਦੀ ਬੇਅਕਲੀ ਉੱਤੇ ਸਖਤ ਰੰਜ ਹੋਇਆ। ਪੰਡਤ ਸ਼ੁਕਲ ਬਾਬਤ ਤਾਂ ਉਸਦੇ ਅੰਦਰ ਨਫ਼ਰਤ ਤੇ ਗੁੱਸੇ ਦਾ ਜਿਵੇਂ ਲਾਵਾ ਹੀ ਉੱਬਲ ਪਿਆ। ਉਹ ਡੂੰਘੀ ਚਿੰਤਾ ਵਿੱਚ ਸੋਚਣ ਲੱਗੀ, ਜਿਸ ਨੂੰ ਲੋਕੀ ਪੁਰਾਣਾ ਦੇਸ਼ ਭਗਤ ਤੇ ਪੱਕਾ ਕਾਂਗਰਸੀ ਸਮਝਦੇ ਨੇ, ਅੰਦਰੂਨੀ ਤੌਰ ਤੇ ਜਦ ਉਸਦੀ ਇਹ ਹਾਲਤ ਹੈ ਤਾਂ ਦੂਸਰਿਆਂ ਦਾ ਕੀ ਹਾਲ ਹੋਵੇਗਾ। ਹੋਰ ਤਾਂ ਹੋਰ ਡਾਕਟਰ ਆਨੰਦ ਵਰਗੇ ਵੀ ਉਸਦੇ ਗੁਣ ਗਾਉਂਦੇ ਰਚਦੇ ਨਹੀਂ। ਨਵਲ ਕਿਸ਼ੋਰ ਦੀ ਵਾਰਤਾ ਵਿੱਚ ਉਸਦੇ ਦੋਸਤ ਸ਼ਿੰਬੂ ਦਾ ਵੀ ਜ਼ਿਕਰ ਆਇਆ ਤੇ ਨਾਲੇ ਉਸ ਕਾਗਜ਼ ਦੇ ਟੁਕੜੇ ਦਾ ਵੀ, ਜਿਸ ਬਾਬਤ ਨਵਲ ਕਿਸ਼ੋਰ ਨੇ ਯਕੀਨੀ ਤੌਰ ਤੇ ਦੱਸਿਆ ਸੀ ਕਿ ਉਹ ਪੁਰਜਾ ਸ਼ੁਕਲ ਜੀ ਦੇ ਹੱਥ ਦਾ ਲਿਖਿਆ ਸੀ। ਅੱਛਾ, ਇਹ ਮਾਮਲਾ ਇਸ ਹੱਦ ਤੱਕ ਜਾ ਪਹੁੰਚਿਆ ਹੈ? ਪੁੰਨਿਆ ਥੋੜਾ ਚਿਰ ਸੋਚੀ ਪਈ ਰਹਿਣ ਤੋਂ ਬਾਅਦ ਬੋਲੀ। ਬੇਸ਼ੱਕ ਕਿਸ਼ੋਰ, ਇਹ ਤੇਥੋਂ ਪਾਪ ਹੋਇਆ ਹੈ, ਬਹੁਤ ਭਾਰੀ ਪਾਪ। ਪਰ ਮੈਂ ਤੇਰਾ ਭੁਲੇਖਾ ਕੱਢ ਦੇਣਾ ਚਾਹੁੰਦੀ ਹਾਂ ਕਿ ਇਸ ਪਾਪ ਦੇ ਕਰਨ ਵਿੱਚ ਤੇਰਾ ਬਹੁਤ ਥੋੜਾ ਹਿੱਸਾ ਹੈ। ਇਸ ਦੀ ਜੇ 95% ਦੀ ਜ਼ਿੰਮੇਵਾਰੀ ਸ਼ੁਕਲ ਜੀ ਉੱਤੇ ਹੈ ਤਾਂ ਸਿਰਫ 5% ਤੇਰੇ ਉੱਤੇ। ਤੂੰ ਜਾਣ ਕੇ ਕੁਝ ਨਹੀਂ ਕੀਤਾ। ਤੈਨੂੰ ਥੋੜਾ ਜਿਹਾ ਮੂਰਖਤਾ ਕਿਹਾ ਜਾ ਸਕਦਾ ਹੈ, ਪਰ ਪਾਪੀ ਨਹੀਂ। ਸੋ ਸਭ ਤੋਂ ਪਹਿਲਾਂ ਮੈਂ ਤੈਨੂੰ ਕਹਿੰਦੀ ਹਾਂ ਕਿ ਇਸ ਵਹਿਮ ਨੂੰ ਦਿਲੋਂ ਕੱਢ ਛੱਡ ਕੇ ਤੂੰ ਜਾਂ ਤੇਰੀ ਮਾਂ ਤੇਰੇ ਕਿਸੇ ਪਾਪ ਦਾ ਫਲ ਭੁਗਤ ਰਹੇ ਹੋ। ਕੁਦਰਤ ਨਾ ਤਾਂ ਐਡੀ ਜ਼ਾਲਮ ਹੈ ਤੇ ਨਾ ਹੀ ਐਡੀ ਬੇਇਨਸਾਫ ਕਿ ਤੇਰੇ ਕਰਮਾਂ ਦਾ ਫਲ ਤੇਰੇ ਰਿਸ਼ਤੇਦਾਰਾਂ ਨੂੰ ਭੁਗਾਵੇ। ਨਵਲ ਕਿਸ਼ੋਰ ਦੇ ਦਿਲ ਨੂੰ ਜਿਹੜੀ 75 ਲੱਗੀ ਹੋਈ ਸੀ, ਪੁੰਨਿਆ ਦੀਆਂ ਗੱਲਾਂ ਸੁਣ ਕੇ ਮੱਠੀ ਹੋ ਗਈ। ਉਸ ਨੂੰ ਆਪਣੇ ਅੰਦਰ ਕੁਝ ਸ਼ਾਂਤੀ ਤੇ ਤਸੱਲੀ ਹੋਣ ਲੱਗੀ। ਉਸ ਦਾ ਹਿਰਦਾ ਜਿਹੜਾ ਪਾਪ ਤੇ ਉਸਦੇ ਫਲ ਦੇ ਸਹਿਮ ਵਿੱਚ ਪੀੜਿਆ ਜਾ ਰਿਹਾ ਸੀ, ਉਸ ਨੂੰ ਹੌਲਾ ਹੌਲਾ ਮਹਿਸੂਸ ਹੋਣ ਲੱਗਾ। ਅੱਛਾ ਕਿਸ਼ੋਰ, ਪੁੰਨਿਆ ਬੋਲੀ, ਕੋਈ ਫਿਕਰ ਨਾ ਕਰ, ਇਸ ਮਾਮਲੇ ਨੂੰ ਮੈਂ ਆਪੇ ਨਜਿੱਠਾਂਗੀ। ਤੂੰ ਸਿਰਫ ਇਤਨਾ ਕਰੀ ਕਿ ਉਹ ਜਿਹੜਾ ਕਾਗਜ਼ ਦਾ ਪੁਰਜਾ ਤੇਰੇ ਦੋਸਤ ਕੋਲ ਹੈ ਉਹ ਮੈਨੂੰ ਲਿਆ ਦੇ, ਤੇ ਸ਼ਿੰਬੂ ਨੂੰ ਕਹਿ ਛੱਡੀ ਕਿ ਇਸ ਮਾਮਲੇ ਨੂੰ ਹਾਲੇ ਬਿਲਕੁਲ ਲੁਕਵਾਂ ਰੱਖੇ। ਕਿਸੇ ਨੂੰ ਵੀ ਕੁਝ ਕਹਿਣ ਸੁਣਨ ਦੀ ਉਸਨੂੰ ਲੋੜ ਨਹੀਂ, ਨਾ ਹੀ ਤੈਨੂੰ। ਪਰਸੋਂ ਸਾਡੀ ਇੱਕ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਸ਼ੁਕਲ ਦੇ ਮਕਾਨ ਤੇ ਹੋਵੇਗੀ, ਜਿਸ ਵਿੱਚ ਮੈਂ ਵੀ ਜਾਵਾਂਗੀ। ਜੇ ਮੌਕਾ ਮਿਲਿਆ ਤਾਂ ਉੱਥੇ ਹੀ ਉਸ ਨੌਸਰਬਾਜ਼ ਦੀ ਕਲਈ ਖੋਲਣ ਦੀ ਕੋਸ਼ਿਸ਼ ਕਰਾਂਗੀ। ਇਸ ਤੋਂ ਪਹਿਲਾਂ ਮੈਂ ਕਿਸੇ ਕਾਨੂੰਨਦਾਨ ਨਾਲ ਵੀ ਸਲਾਹ ਮਸ਼ਵਰਾ ਕਰ ਲਵਾਂਗੀ ਜੇ ਲੋੜ ਸਮਝੀ। ਬਾਕੀ ਤੂੰ ਮਾਂ ਦੀ ਬਿਮਾਰੀ ਦਾ ਉੱਕਾ ਫਿਕਰ ਨਾ ਕਰ। ਰਾਤੀ ਡਾਕਟਰ ਹੋਰਾਂ ਮੈਨੂੰ ਦੱਸਿਆ ਸੀ ਕਿ ਇਹ ਹੁਣ ਖਤਰੇ ਤੋਂ ਬਾਹਰ ਹੈ। ਥੋੜੀ ਦੇਰ ਬਾਅਦ ਇਹ ਦੋਵੇਂ ਮੁੜ ਨਿਹਾਲੋ ਦੇ ਮੰਜੇ ਪਾਸ ਪਰਤ ਆਏ। ਗੱਲਾਂ ਦਾ ਸਿਲਸਿਲਾ ਹੁਣ ਚੋਖਾ ਚਿਰ ਜਾਰੀ ਰਿਹਾ ਤੇ ਇਹ ਜਿਉਂ-ਜਿਉਂ ਲੰਮਾ ਹੁੰਦਾ ਗਿਆ, ਨਵਲ ਕਿਸ਼ੋਰ ਦੇ ਦਿਲ ਦੀ ਪੀੜ ਘਟਦੀ ਗਈ। ਇਸ ਵਿਚਾਲੇ 2-3 ਵਾਰੀ ਨਿਹਾਲੋ ਨੇ ਵੀ ਔਖੇ-ਔਖੇ ਸਾਹ ਲੈਂਦੇ ਆਪਣੀ ਤਕਲੀਫ ਪ੍ਰਗਟ ਕੀਤੀ, ਜਿਸ ਨੂੰ ਪੁੰਨਿਆ ਹਰ ਵਾਰੀ ਤੇ ਹਰ ਹੀਲੇ ਆਰਾਮ ਪਹੁੰਚਾਉਣ ਦੇ ਯਤਨ ਕਰਦੀ ਰਹੀ। ਪ੍ਰਭਾਤ ਵੇਲੇ ਪੁੰਨਿਆ ਉਸੇ ਕਾਰ ਵਿੱਚ ਬੈਠ ਕੇ ਵਾਪਸ ਚਲੀ ਗਈ। ਧੰਨਵਾਦ।